हेलो दोस्तों, ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਦਸ਼ਮਲਵ ਦੇ ਆਪਰੇਸ਼ਨਾਂ ਦੀ ਗੱਲ ਕਰਨ ਜਾ ਰਹੇ ਹਾਂ। ਦਸ਼ਮਲਵ ਦੀ ਤੁਲਨਾ, ਜੋੜ, ਘਟਾ ਬਾਰੇ ਚਰਚਾ ਕਰਨ ਜਾ ਰਹੇ ਹਾਂ ਕਿਉਂਕਿ ਦਸ਼ਮਲਵ ਦੀ ਸਭ ਤੋਂ ਪਹਿਲੀ ਖਾਸੀਅਤ ਇਹਦੇ ਵਿੱਚ ਕੁਝ ਕੁ ਰੂਲ ਹੁੰਦੇ ਨੇ ਕਿ ਕੁਝ ਕੁ ਗੱਲਾਂ ਦਾ ਧਿਆਨ ਰੱਖਣ ਦੇ ਬਾਅਦ ਆਪਾਂ ਕੁਐਸਚਨ ਨੂੰ ਹੱਲ ਕਰ ਸਕਦੇ ਹਾਂ। ਆਪਾਂ ਸਭ ਤੋਂ ਪਹਿਲੇ ਟੌਪਿਕ ਦੀ ਗੱਲ ਕਰ ਰਹੇ ਹਾਂ ਤੁਲਨਾ, मतलब ਕਿਹੜਾ ਦਸ਼ਮਲਵ ਵੱਡਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿਹੜੀ ਸੰਖਿਆ ਵੱਡੀ ਹੈ। ਆਪਾਂ ਉਦਾਹਰਨ ਲੈ ਰਹੇ ਹਾਂ। ਸਭ ਤੋਂ ਪਹਿਲੀ 1.2 2.1, ਨੰਬਰ 2 1.23 1.24, ਨੰਬਰ 2.5 2.48 1.5 1.52 0.5 0.05 12 12.5 1.45 1.4। ਤਾਂ ਮੈਂ ਇੱਥੇ ਕੁਝ ਉਦਾਹਰਨਾਂ ਲਈਆਂ ਨੇ। ਹੁਣ ਆਪਾਂ ਨੂੰ ਕਿਵੇਂ ਪਤਾ ਲੱਗਣਾ ਹੈ ਕਿਹੜੀ ਸੰਖਿਆ ਵੱਡੀ ਹੈ ਜਾਂ ਛੋਟੀ ਹੈ। ਦਸ਼ਮਲਵ ਜਦੋਂ ਆ ਗਿਆ ਉਹਦੀ ਕੀਮਤ ਬਹੁਤ ਵੱਧ ਜਾਂਦੀ ਹੈ। ਤਾਂ ਇੱਕ ਸਭ ਤੋਂ ਵਧੀਆ ਤਰੀਕਾ ਹੈ ਕਿ ਮੈਂ ਜਿੱਥੇ ਦਸ਼ਮਲਵ ਹੈ ਮੈਂ ਕੀ ਕੀਤਾ, ਇੱਕ ਰੇਖਾ ਮਾਰਤੀ ਤਾਂ ਕਿ ਇੱਥੇ ਕੀ ਹੋ ਗਿਆ, ਆਹ ਖੱਬਾ ਪਾਸਾ ਹੈ, ਆਹ ਸੱਜਾ ਪਾਸਾ ਹੈ ਨਾ। ਇੱਧਰ ਕੀ ਹੋ ਗਿਆ, ਦੇਖੋ ਆਪਣੇ ਕੋਲੇ ਦਸ਼ਮਲਵ ਦੇ ਇੱਧਰ ਆ ਗਿਆ ਖੱਬਾ ਪਾਸਾ, ਇੱਧਰ ਆ ਗਿਆ ਸੱਜਾ ਪਾਸਾ। ਤਾਂ ਸਭ ਤੋਂ ਪਹਿਲਾਂ ਆਪਾਂ ਜੋ ਚੈੱਕ ਕਰਾਂਗੇ, ਆਪਾਂ ਖੱਬੇ ਪਾਸੇ ਨੂੰ ਚੈੱਕ ਕਰਾਂਗੇ। ਇਹਦੇ ਖੱਬੇ ਪਾਸੇ 1 ਹੈ, ਇਹਦੇ ਖੱਬੇ ਪਾਸੇ ਕੀ ਹੈ 2 ਹੈ। ਤਾਂ ਇਹਦਾ ਚੋਂ ਕਿਹੜਾ ਵੱਡਾ ਆ ਗਿਆ, 2 ਵੱਡਾ ਆ ਗਿਆ। ਕੁਐਸਚਨ ਆਪਣਾ ਹੋ ਗਿਆ ਖਤਮ। ਦੇਖੋ ਜਿੱਥੇ ਦਸ਼ਮਲਵ ਆ ਗਿਆ ਉੱਥੇ ਇੱਕ ਰੇਖਾ ਮਾਰੋ ਤਾਂ ਕਿ ਪਤਾ ਲੱਗ ਜੇ ਦਸ਼ਮਲਵ ਤੋਂ ਖੱਬੇ ਕਿਹੜੀਆਂ ਸੰਖਿਆਵਾਂ ਨੇ, ਸੱਜੇ ਕਿਹੜੀਆਂ ਸੰਖਿਆਵਾਂ। ਆਪਾਂ ਸਭ ਤੋਂ ਪਹਿਲਾਂ ਕੀ ਚੈੱਕ ਕਰਾਂਗੇ, ਖੱਬਾ ਪਾਸਾ। ਇੱਥੇ 1 ਹੈ, ਇੱਥੇ 1 ਹੈ, ਖੱਬਾ ਪਾਸਾ ਕੀ ਹੋ ਗਿਆ, ਬਰਾਬਰ। ਜਦੋਂ ਖੱਬਾ ਪਾਸਾ ਬਰਾਬਰ ਹੋ ਗਿਆ, ਦੇਖੋ ਇੱਥੇ ਆਪਣੇ ਕੋਲੇ ਖੱਬੇ ਪਾਸੇ ਵਾਲੀਆਂ ਸੰਖਿਆਵਾਂ ਕੀ ਹੋ ਗਈਆਂ, ਬਰਾਬਰ। ਤਾਂ ਹੁਣ ਆਪਾਂ ਸੱਜੇ ਪਾਸੇ ਵਾਲੇ ਪਾਸੇ ਚੱਲਾਂਗੇ। ਸੱਜੇ ਪਾਸੇ ਪਹਿਲਾ ਅੰਕ ਇੱਥੇ 2 ਹੈ, ਇੱਥੇ 2 ਹੈ, ਇਹ ਵੀ ਕੀ ਹੋ ਗਿਆ, ਬਰਾਬਰ। ਹੁਣ ਆਪਾਂ ਦੂਜੇ ਅੰਕ ਤੇ ਚੱਲਾਂਗੇ। ਇੱਥੇ 3 ਹੈ, ਇੱਥੇ 4 ਹੈ, ਤਾਂ ਇਹਦਾ ਮਤਲਬ ਆ ਕੀ ਹੋ ਗਿਆ, ਵੱਡਾ। ਬਿਲਕੁਲ ਸਿਸਟਮ ਦੇ ਨਾਲ ਜਿੱਥੇ ਦਸ਼ਮਲਵ ਹੈ ਇੱਕ ਰੇਖਾ ਮਾਰ ਲਓ ਦਾਨੇਦਾਰ ਹਲਕੀ ਜੀ। ਹੁਣ ਆ ਹੋਗਾ ਖੱਬਾ ਪਾਸਾ, ਇੱਧਰ 2 ਹੈ, ਇੱਧਰ 2, ਦੋਨੇ ਬਰਾਬਰ। ਹੁਣ ਆਪਾਂ ਪਹਿਲਾ ਅੰਕ ਸੱਜੇ ਪਾਸਿਓਂ, ਇੱਥੇ 5 ਹੈ, ਇੱਥੇ 4 ਹੈ, ਤਾਂ ਇਹਦਾ ਮਤਲਬ ਆ ਵੱਡਾ ਹੋ ਗਿਆ। ਅੱਗੇ ਆਪਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੈਗੀ। ਅਗਲਾ ਦੇਖੋ ਦਸ਼ਮਲਵ ਆ ਗਿਆ, ਇੱਕ ਦਾਨੇਦਾਰ ਰੇਖਾ ਹੈ ਨਾ। ਹੁਣ ਖੱਬਾ ਪਾਸਾ 1, ਖੱਬਾ ਪਾਸਾ 1, ਦੋਨੇ ਕੀ ਹੋ ਗਏ, ਬਰਾਬਰ। ਹੁਣ ਸੱਜੇ ਪਾਸੇ ਪਹਿਲਾ ਅੰਕ ਕੀ ਹੋ ਗਏ, ਬਰਾਬਰ ਹੈ ਨਾ। ਹੁਣ ਅੱਗੇ ਉਰੇ ਦੂਜਾ ਅੰਕ ਹੈਗਾ, ਉਰੇ ਨਹੀਂ ਹੈਗਾ, ਤਾਂ ਆਪਾਂ ਆਪਣੇ ਕੰਨਿਓ ਕੀ ਲਗਾਉਂਦੇ ਆ, 0, ਕਿਉਂਕਿ ਜਦੋਂ ਆਪਾਂ ਨੂੰ ਅੰਕ ਦੀ ਜ਼ਰੂਰਤ ਹੋਵੇ ਤਾਂ ਦਸ਼ਮਲਵ ਤੋਂ ਪਿੱਛੇ ਆਪਾਂ 0 ਲਗਾ ਸਕਦੇ ਹਾਂ। ਦੇਖੋ ਖੱਬੇ ਪਾਸੇ ਪਹਿਲਾ ਅੰਕ ਬਰਾਬਰ ਹੋ ਗਿਆ, ਪਹਿਲਾ ਅੰਕ ਬਰਾਬਰ ਹੋ ਗਿਆ। ਸੱਜੇ ਪਾਸੇ ਪਹਿਲਾ ਬਰਾਬਰ, ਪਹਿਲਾ ਬਰਾਬਰ। ਹੁਣ ਬਾਰੀ ਕਿਹਦੀ ਆ ਗਈ, ਦੂਜੇ ਦੀ। ਦੂਜੇ ਅੰਕ 'ਚ ਇੱਥੇ ਕੀ ਆ ਗਿਆ, 0, ਇੱਥੇ ਕੀ ਆ ਗਿਆ, 2, ਤਾਂ ਕਿਹੜਾ ਵੱਡਾ ਹੋ ਗਿਆ, 2। ਤਾਂ ਇਹਦਾ ਮਤਲਬ ਆ ਸੰਖਿਆ ਕੀ ਹੈ, ਆਪਣੇ ਕੋਲੇ ਵੱਡੀ ਹੈ। ਅੱਗੇ ਫਿਰ ਚੱਲ ਰਹੇ ਹਾਂ ਆਪਾਂ ਦੋਸਤੋ। ਦਸ਼ਮਲਵ ਦੀ ਥਾਂ ਤੇ ਆ ਗਿਆ ਡਾਟ ਹੈ ਨਾ। 0 0, ਖੱਬਾ ਪਾਸਾ ਕੀ ਹੋ ਗਿਆ, ਬਰਾਬਰ। ਹੁਣ ਆਪਾਂ ਸੱਜੇ ਪਾਸੇ ਚੱਲਦੇ ਹਾਂ। ਪਹਿਲਾ ਅੰਕ 5, ਪਹਿਲਾ ਅੰਕ 0, ਤਾਂ ਕਿਹੜਾ ਵੱਡਾ ਹੋ ਗਿਆ, 5 ਹੈ ਨਾ। ਹੁਣ ਇੱਥੇ ਦਸ਼ਮਲਵ ਨਹੀਂ ਹੈਗਾ, ਹੈ ਨਹੀਂ ਨਾ। ਅਗਰ ਦਸ਼ਮਲਵ ਨਾ ਹੋਵੇ ਤਾਂ ਦਸ਼ਮਲਵ ਪਿੱਛੇ ਲੱਗਦਾ ਹੈ, ਇਹ ਗੱਲ ਧਿਆਨ 'ਚ ਰੱਖਣੀ ਹੈ। ਅਗਰ ਦਸ਼ਮਲਵ ਨਾ ਹੋਵੇ ਤਾਂ ਸੰਖਿਆ ਦੇ ਪਿੱਛੇ ਆਪਾਂ ਦਸ਼ਮਲਵ ਲਾਉਂਦੇ ਆ। ਤਾਂ ਹੁਣ ਇੱਥੇ ਦਸ਼ਮਲਵ ਲੱਗ ਗਿਆ, 1 ਇੱਥੇ ਲੱਗ ਗਿਆ। ਦਸ਼ਮਲਵ ਤੋਂ ਪਹਿਲਾਂ ਖੱਬੇ ਪਾਸੇ 12 12, ਦੋਨੇ ਕੀ ਹੋ ਗਏ, ਬਰਾਬਰ। ਹੁਣ ਸੱਜੇ ਪਾਸੇ ਉਰੇ ਕੁਛ ਨਹੀਂ ਹੈਗਾ ਤਾਂ ਆਪਾਂ ਕੀ ਕਰਾਂਗੇ, 0, ਜਿਵੇਂ ਆਪਾਂ ਇੱਥੇ ਗੱਲ ਕੀਤੀ ਸੀ। ਉਰੇ ਆ ਗਿਆ 0, ਉਰੇ ਆ ਗਿਆ 5,
ਕਿਹੜਾ ਵੱਡਾ ਹੈ? ਆ ਵੱਡਾ ਹੈ। ਤਾਂ ਇਹਦਾ ਮਤਲਬ ਆਪਣੀ ਕਿਹੜੀ ਸੰਖਿਆ ਵੱਡੀ ਹੋਗੀ? 12.5। ਜਿੱਥੇ ਦਸ਼ਮਲਵ ਉੱਥੇ ਇੱਕ ਦਾਨੇਦਾਰ ਰੇਖਾ, ਦਸ਼ਮਲਵ ਤੋਂ ਪਹਿਲਾਂ ਖੱਬੇ ਪਾਸੇ ਇੱਥੇ 1 ਹੈ, ਇੱਥੇ 1 ਹੈ, ਦੋਨੇ ਕੀ ਹੋ ਗਏ? ਬਰਾਬਰ। ਦਸ਼ਮਲਵ ਤੋਂ ਬਾਅਦ ਸੱਜੇ ਹੱਥ ਪਹਿਲਾ ਅੰਕ 4 4 ਕੀ ਹੋ ਗਏ? ਬਰਾਬਰ। ਦੂਜਾ ਅੰਕ ਉਰੇ 5 ਹੈ, ਉਰੇ 6 ਹੈ, ਕਿਹੜਾ ਵੱਡਾ ਦੋਸਤੋ? ਆ ਵੱਡਾ। ਤਾਂ ਇਹਦਾ ਮਤਲਬ ਆਪਣੇ ਕੋਲੇ ਕੀ ਹੋ ਗਿਆ? ਸੰਖਿਆਵਾਂ ਵੱਡੀਆਂ ਹੋ ਗਈਆਂ। ਇਹ ਕੀ ਹੋ ਗਿਆ? 1.46। ਤਾਂ ਇਹੀ ਤਰੀਕਾ ਹੈ। ਕੀ ਤਰੀਕਾ? ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਖੱਬੇ ਪਾਸੇ ਦੇਖਾਂਗੇ ਲਾਈਨ ਤੋਂ, ਦਸ਼ਮਲਵ ਤੋਂ। ਤਾਂ ਜੋ ਦਸ਼ਮਲਵ ਦਿੱਤਾ ਹੋਇਆ ਹੈ, ਪਹਿਲਾ ਖੱਬਾ ਪਾਸਾ ਦਸ਼ਮਲਵ ਤੋਂ, ਫਿਰ ਸੱਜੇ ਪਾਸਾ ਦਾ, ਉਹਦਾ ਆਪਾਂ ਪਹਿਲਾ ਅੰਕ ਦੇਖਾਂਗੇ। ਅਗਰ ਉਹ ਬਰਾਬਰ ਹੈ ਫਿਰ ਆਪਾਂ ਦੂਜਾ ਦੇਖਾਂਗੇ। ਤਾਂ ਇਸ ਤਰੀਕੇ ਦੇ ਨਾਲ ਆਪਾਂ ਦੋ ਦਸ਼ਮਲਵ ਦੀਆਂ ਸੰਖਿਆਵਾਂ ਦਾ ਤੁਲਨਾ ਕਰ ਸਕਦੇ ਹਾਂ ਕਿ ਕਿਹੜੀ ਸੰਖਿਆ ਵੱਡੀ ਹੈ ਤੇ ਕਿਹੜੀ ਛੋਟੀ। ਜਿਹੜੀਆਂ ਮੈਂ ਦਾਨੇਦਾਰ ਰੇਖਾ ਪਾਈ ਹੈ ਦੋਸਤੋ, ਇਹ ਸਿਰਫ ਇੱਕ ਸਮਝਾਉਣ ਦੇ ਲਈ ਹੈ, ਇੱਕ ਗਲਤੀ ਤੋਂ ਬਚਣ ਦੇ ਲਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੋੜ ਤੇ ਘਟਾ ਦੀ। ਦਸ਼ਮਲਵਾਂ ਦਾ ਜੋੜ ਅਤੇ ਘਟਾ, addition and subtraction of decimals। ਦਸ਼ਮਲਵਾਂ ਦਾ ਜੋੜ ਤੇ ਘਟਾ। ਆਪਾਂ ਗੱਲ ਕਰ ਚੁੱਕੇ ਹਾਂ ਕਿ ਦਸ਼ਮਲਵਾਂ ਦੇ ਜੋੜ ਤੇ ਘਟਾ ਦੇ ਵਿੱਚ ਜੋ ਦਸ਼ਮਲਵ ਅੰਕ ਨੇ ਉਹ ਬਰਾਬਰ ਚਾਹੀਦੇ, ਉਹਨਾਂ ਦੀ ਗਿਣਤੀ, ਨੋਟ ਅੰਕ, ਅੰਕਾਂ ਦੀ ਜਿਹੜੀ ਗਿਣਤੀ ਹੈ ਉਹ ਬਰਾਬਰ ਚਾਹੀਦੀ ਹੈ। ਮਤਲਬ ਉਦਾਹਰਨ 1.23 ਪਲੱਸ 4.56। ਦੇਖੋ ਦਸ਼ਮਲਵ ਤੋਂ ਬਾਅਦ ਇੱਥੇ 2 ਅੰਕ ਨੇ, ਇੱਥੇ 2 ਅੰਕ ਹੈ, ਤਾਂ ਆਪਾਂ ਇਹਨੂੰ ਡਾਇਰੈਕਟ ਜੋੜ ਸਕਦੇ ਹਾਂ। ਠੀਕ, ਇਹ ਆਪਣੇ ਕੋਲ ਇੱਕ ਰੂਲ ਹੈ। ਲੇਕਿਨ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ, ਕਈ ਵਾਰ ਰੂਲ ਨਹੀਂ ਧਿਆਨ 'ਚ ਰਹਿੰਦਾ, ਆਪਾਂ ਕਿਵੇਂ ਹੱਲ ਕਰਾਂਗੇ। ਦੋਸਤੋ ਇੱਕ ਛੋਟੀ ਲਾਈਨ ਬਣਾਓ। ਆਪਾਂ ਉਹੀ ਗੱਲ ਕਰ ਰਹੇ ਹਾਂ, ਇਹ ਲਾਈਨ ਕਿਹਨੂੰ ਦਿਖਾਉਂਦੀ ਹੈ? ਦਸ਼ਮਲਵ ਨੂੰ। ਤਾਂ ਪਹਿਲੀ ਸੰਖਿਆ ਦਸ਼ਮਲਵ 1 2 3 ਹੈ ਨਾ। ਦੂਜੀ ਸੰਖਿਆ ਦਸ਼ਮਲਵ 4 5 6। ਇੱਥੇ ਕੀ ਹੋ ਗਿਆ? ਪਲੱਸ। ਹੁਣ ਦੇਖੋ ਇਹ ਕੀ ਹੋ ਗਿਆ? ਦਸ਼ਮਲਵ। ਹੁਣ ਜੋੜ 3 ਤੇ 6 9, 2 ਤੇ 5 7, 1 ਤੇ 4 5। ਤਾਂ ਆਪਾਂ ਜੋੜ ਕੀਤਾ, ਕਿੰਨਾ ਆ ਗਿਆ? ਇੰਨਾ। ਹੋਰ ਦੇਖੋ 14.6। ਇਹਦਾ ਫਾਇਦਾ ਕੀ ਹੈ ਆਪਣੇ ਕੋਲੇ? ਇਹ ਲਾਈਨ ਨਾਲ ਫਾਇਦਾ ਕੀ ਮਿਲਣਾ ਤੁਹਾਨੂੰ? ਦੇਖੋ ਆਪਾਂ ਲਾਈਨ ਮਾਰੀ ਹੈ ਨਾ, ਦਸ਼ਮਲਵ ਲੱਗ ਗਿਆ 14 6। ਆਹ ਲਾਈਨ ਦਸ਼ਮਲਵ ਲਈ ਹੈ, ਦਸ਼ਮਲਵ ਲੱਗ ਗਿਆ 2 3 4। ਦੇਖੋ ਧਿਆਨ ਨਾਲ ਕਿਵੇਂ ਲਿਖਿਆ ਗਿਆ ਹੈ, ਕਿਉਂਕਿ ਇਹ ਲਾਈਨ ਦਾ ਬੈਨੀਫਿਟ ਕੀ ਹੈ? ਦਸ਼ਮਲਵ ਦੇ ਨੀਚੇ ਦਸ਼ਮਲਵ ਆ ਜੂ, ਇਹ ਆਪਣਾ ਰੂਲ ਸਾਰਥਕ ਹੋ ਜੂ। ਨਹੀਂ, ਤੁਸੀਂ ਇੱਥੇ ਇਹਨੂੰ ਕਿਵੇਂ ਕਰ ਸਕਦੇ ਹੋ? ਤੁਸੀਂ ਜੋ ਤੁਹਾਨੂੰ ਆਦਤ ਪਈ ਹੋਈ ਹੈ, ਆਪਾਂ ਜਦੋਂ ਕਿਉਂਕਿ ਬਿਨਾਂ ਦਸ਼ਮਲਵ ਤੋਂ ਹੱਲ ਕਰਦੇ, ਤੁਸੀਂ ਇਹਨੂੰ ਇਸ ਅਕੋਰਡਿੰਗ ਜੋੜੋਗੇ। ਗਲਤ ਹੈ। ਕਿਉਂ ਗਲਤ ਹੈ? ਦਸ਼ਮਲਵ ਉੱਪਰ ਨੀਚੇ ਨਹੀਂ ਹੈਗਾ। ਤਾਂ ਉਸੇ ਚੀਜ਼ ਦੀ ਗਲਤੀ ਤੋਂ ਬਚਣ ਦੇ ਲਈ ਆਪਾਂ ਕੀ ਕਰਦੇ ਹਾਂ? ਦਸ਼ਮਲਵ ਲਗਾਵਾਂਗੇ। ਹੁਣ ਜੋੜ, ਹੁਣ ਦੇਖੋ 4 ਦੇ ਉੱਪਰ ਕੁਝ ਨਹੀਂ ਹੈਗਾ, ਤਾਂ ਕੀ ਲੱਗ ਗਈ? 0। 0 + 4 4, 6 + 3 9, 4 ਤੇ 2 6। ਤਾਂ ਆਪਣਾ ਆਨਸਰ ਕਿੰਨਾ ਆ ਗਿਆ? 16.94। ਇਹ ਆਪਣੇ ਕੋਲੇ ਆਨਸਰ ਆ ਗਿਆ। ਆਪਾਂ ਹੋਰ ਉਦਾਹਰਨ ਲੈ ਰਹੇ ਹਾਂ 1.56 + 24.2। ਠੀਕ, ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ? ਦਸ਼ਮਲਵ ਦੇ ਲਈ ਇੱਕ ਦਾਨੇਦਾਰ ਲਾਈਨ, ਤਾਂ ਕਿ ਆਪਣਾ ਦਸ਼ਮਲਵ ਇੱਕੋ ਲਾਈਨ 'ਚ ਆ ਜਾਏ। ਪਹਿਲੀ ਸੰਖਿਆ 156, ਦੂਜੀ ਦਸ਼ਮਲਵ 24। ਹੁਣ 24 ਅੱਗੇ ਆ ਗਿਆ 2। ਤਾਂ ਦੇਖੋ ਧਿਆਨ ਨਾਲ, ਇਸ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? ਇਸ ਅਕੋਰਡਿੰਗ। 6 ਦੇ ਨੀਚੇ ਕੋਈ ਸੰਖਿਆ ਨਹੀਂ, ਕੀ ਲੱਗ ਗਈ? 0। 6 0 6, 5 2 7, ਇੱਥੇ ਲੱਗ ਗਿਆ ਦਸ਼ਮਲਵ। 4 1 5, ਇਹ ਹੋ ਗਿਆ 2। ਤਾਂ ਆਪਣਾ ਜੋੜ ਕਿੰਨਾ ਆ ਗਿਆ? 25.76। ਹੋਰ ਦੇਖਦੇ ਹਾਂ ਆਪਾਂ
5.6 प्लस 2.345 ये आ गया। तो दशमलव लिए सब तो पहला की करांगे, जोड़ घटा ली लाइन, क्योंकि लाइन का मतलब की है जिहड़ी आ शर्त है इनू पूरा कर दिया है। 5.6 यही हो गया। दूसरा दशमलव लग गया 2 3 4 5 की करना है जोड़। हुन 5 के उपर कोई अंक नहीं 0, 4 के उपर कोई अंक नहीं 0, 0 च 5 जोड़े 5, 0 च 4 जोड़े 4, 6 च 3 जोड़े 9। ये लाइन होगी दशमलव दी, 5 ते 2 7। तो जोड़ करके कितना आ गया देखो अपने को 7.945 या 945। आप होर उदाहरण लेके चलते हैं। 13.2.8 64। मैं 3 संख्यावां ले रहा हूं दशमलव के लिए लाइन। हुण सब तो पहला 13, इत्थे दशमलव नहीं है तो आप की करांगे, इनू अगे लिखांगे, क्योंकि इत्थे जिहड़ी गलती होगी तुसी की कर सकते हो, तुसी 13 पिछे लिख सकते हो, परंतु आ लाइन का मतलब की हो गया दशमलव। तो फिर असल दे विच देखो तुसी की लिखिया 0.13, पर अपने को 13 है तो ये खब्बे पासे लिखा जाऊगा। ये गल का ध्यान रखना है। 2.8 0.64 आ हो गया ठीक। हुण इत्थे 0 चाहिए, इत्थे 0 चाहिए, इत्थे 0 चाहिए, जोड़ किता 4 8 ते 6 14 हसल 1 1 ते 3 4 4 ते 2 6 1 लाइन ते आ गया दशमलव। तो अपना जो जोड़ आ गया कितना आ गया 16.44। होर उदाहरण लेके चलते हैं। यह दोस्तों हुण मैं उदाहरण लई है, तो सब तो पहला देखो की करांगे, एक लाइन किस लई ताकि दशमलव इको लाइन च रहन, अपनी गलती ना होवे। पहला पॉइंट 5.23 42.2 6.485 है ना, ठीक है ना। लाइन का देखो ये फायदा है दशमलव का इको लाइन च रहणगे। हुण दशमलव तो बाद एक इत्थे घट है, इत्थे घट है, इत्थे घट है। 0 0 5 5 3 ते 8 11 हसल 1 1 ते 2 3 3 ते 2 5 5 ते 4 9 5 ते 2 7 7 ते 6 13 हसल 1 1 ते 4 5। तो आपां जो जोड़ किया की आ गया 53.915। हुण कुछ उदाहरण मैं घटा दियां लेके चल रहा। 12.54 -6.47 है ना। तो दशमलव ले सब तो पहला की किया लाइन मारी इको लाइन च रहन। 12.54 माइनस 6.47 है ना। 4 चो 7 नहीं कटते, इत्थे गया ये तो 1 लिया, ये कोल 4 रह गए, ये कोल किन्ने हो गए 14। 14 चो 7 कटाए 7, 4 चो 4 कटाई 0 2 12, 12 चो 6 कटाए 6। तो जो अपना आंसर आ गया वो कितना आ गया 6.07। 8वां सवाल 43.56 -19.258। तो सब तो पहला की करांगे दशमलव नूं इको लाइन रखने के लिए लाइन मारांगे। 43.56 माइनस पॉइंट पहला 19.258 की करना आपां घटा, इत्थे की कीती 0। हुण दोस्तों 0 चो 8 नहीं घटदा, इधर गया इत्थों एक उधारा लिया, इन्हें एक उधारा देता है ना। 10 चो 8 घटाए 2, 5 चो 5 घटाए 0, 5 चो 2 घटाए 3 ठीक। 3 चो 9 नहीं घटदा, ये को उधारा लैन गया, एक इन्हें देता इत्थे हो गया 13, 13 चो 9 घटाए 4, 3 चो 1 घटाए 2। तो अपने कोले घटा करके कितना आ गया 24.302। होर देखो
ਤਾਂ ਇਹ ਲਾਈਨ ਦਾ ਇਹ ਤਰੀਕ ਫਾਇਦਾ ਹੈ ਕਿ ਆਪਣੇ ਕੋਲੇ ਜੋ ਕੁਐਸਚਨ ਹੈ ਉਹ ਜਲਦੀ ਸੋਲਵ ਹੁੰਦਾ ਤੇ ਗਲਤੀ ਨਹੀਂ ਹੁੰਦੀ। ਹੁਣ ਆਪਾਂ ਫੇਰ ਲਾਈਨ ਖਿੱਚੀ, 18 ਕਿੱਥੇ ਆਊ, ਇੱਧਰ ਜਾਂ ਇੱਧਰ, ਆਪਾਂ ਗੱਲ ਕੀਤੀ ਸੀ ਇੱਧਰ। 11.256 ਮਾਈਨਸ 3 ਜ਼ੀਰੋਆਂ ਹੈ ਨਾ। 0 ਚੋਂ 6 ਘਟਾਣਾ ਹੈ, ਇਹਦੇ ਕੋਲ ਗਿਆ, ਇਹਦੇ ਕੋਲ ਨਹੀਂ ਕੁਛ ਹੈਗਾ, ਇਹਦੇ ਕੋਲ ਗਿਆ, ਇਹਦੇ ਕੋਲ ਨਹੀਂ ਕੁਛ ਹੈਗਾ, ਇਹਦੇ ਕੋਲ ਗਿਆ, ਇਹਨੇ ਇਹਨੂੰ 1 ਦਿੱਤਾ, ਇਹਦੇ ਕੋਲ ਕਿੰਨੇ ਹੋ ਗਏ 10। ਹੁਣ ਇਹਨੇ ਇਹਨੂੰ ਦਿੱਤਾ 9, ਇਹਦੇ ਕੋਲ ਕਿੰਨੇ ਹੋ ਗਏ 10, ਇਹਨੇ ਇਹਨੂੰ ਦਿੱਤਾ ਉਰੇ 9, ਉਰੇ ਕਿੰਨੇ ਹੋ ਗਏ 10। 10 ਚੋਂ 6 ਘਟਾਏ 4, 9 ਚੋਂ 5 ਘਟਾਏ 4, 9 ਚੋਂ 2 ਘਟਾਏ 7, 7 ਚੋਂ 1 ਘਟਾਏ 6। ਤਾਂ ਆਪਣਾ ਆਨਸਰ ਕਿੰਨਾ ਆ ਗਿਆ 6.744। ਅੱਗੇ 24.6 ਮਾਈਨਸ 13.5 ਘਟਾ ਕਰਾਂਗੇ। ਪਹਿਲਾ ਲਾਈਨ ਓਵੇਂ ਦੀ ਓਵੇਂ ਦਸ਼ਮਲਵ ਦੇ ਉੱਪਰ ਨੀਚੇ ਲਈ 24.6 ਮਾਈਨਸ 13.589 ਹੈ ਨਾ। ਹੁਣ ਕੀ ਕੀਤਾ ਘਟਾ, ਤਾਂ ਜ਼ੀਰੋਆਂ ਪੂਰੀਆਂ ਕਰਾਂਗੇ। ਪਹਿਲਾਂ 0 ਚੋਂ 9 ਨਹੀਂ ਕੱਢਦਾ, ਇੱਧਰ ਉਧਾਰ ਲੈਣ ਆਇਆ, 0 ਤੋਂ 8 ਨਹੀਂ ਕੱਢਦਾ, ਇੱਧਰ ਆਇਆ, ਇਹਨੇ 1 ਦੇਤਾ, ਕਿੰਨੇ 5, ਇੱਥੇ ਕਿੰਨੇ ਹੋ ਗਏ 10। ਹੁਣ ਉਹਨੇ 1 ਦੇਤਾ 9, ਇਹਦੇ ਕੋਲ ਕਿੰਨੇ ਰਹਿ ਗਏ 10। 10 ਚੋਂ 9 ਘਟਾਏ 1, 9 ਚੋਂ 8 ਘਟਾਏ 1, 5 ਚੋਂ 5 ਘਟਾਇਆ 0, 4 ਚੋਂ 3 ਘਟਾਇਆ 1, 2 ਚੋਂ 1 ਘਟਾਇਆ 1। ਤਾਂ ਆਪਣੇ ਕੋਲੇ ਆ ਗਿਆ -11.011। ਤਾਂ ਦੋਸਤੋ ਇਹ ਸੀ ਆਪਣੇ ਕੋਲੇ ਦਸ਼ਮਲਵ ਸੰਖਿਆਵਾਂ ਦਾ ਜੋੜ ਅਤੇ ਘਟਾ। ਤਾਂ ਇੱਕ ਲਾਈਨ ਦੀ ਹੈਲਪ ਨਾਲ ਦੇਖੋ, ਜਿਸ ਨਾਲ ਆਪਣੀ ਗਲਤੀ ਤੋਂ ਆਪਾਂ ਬਚਦੇ ਹਾਂ, ਉਹਦੀ ਸਹਾਇਤਾ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਜੋੜ ਘਟਾ ਕਰ ਸਕਦੇ ਹਾਂ। ਹੁਣ ਆਪਾਂ ਜੋ ਅਗਲੀ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਦਸ਼ਮਲਵ ਸੰਖਿਆਵਾਂ ਦੀ ਗੁਣਾ, ਮਲਟੀਪਲੀਕੇਸ਼ਨ ਆਫ ਡੈਸੀਮਲਸ। ਗੁਣਾ ਦੇ ਵਿੱਚ ਇਹੋ ਜਿਹਾ ਕੋਈ ਰੋਲ ਨਹੀਂ ਹੈਗਾ। ਦੇਖੋ ਆਪਾਂ ਜੋ ਗੱਲ ਕੀਤੀ ਹੈ ਜੋੜ ਘਟਾ ਤੇ ਤੁਲਨਾ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਕੀ ਹੁੰਦਾ ਸੀ, ਦਸ਼ਮਲਵ ਅੰਕ ਆਪਾਂ ਨੂੰ ਸਮਾਨ ਚਾਹੀਦੇ ਹੁੰਦੇ ਸੀ, ਤਾਂ ਹੀ ਆਪਾਂ ਕੀ ਕਰਦੇ, ਆਪਾਂ ਲਾਈਨ ਮਾਰ ਕੇ ਉਹਨੂੰ ਹੱਲ ਕਰਦੇ। ਲੇਕਿਨ ਗੁਣਾ ਦੇ ਵਿੱਚ ਇਹੋ ਜਿਹੀ ਕੋਈ ਸ਼ਰਤ ਨਹੀਂ ਹੈਗੀ ਕਿ ਆਪਾਂ ਨੂੰ ਦਸ਼ਮਲਵ ਅੰਕ ਸੇਮ ਚਾਹੀਦੇ ਨੇ। ਤੇ ਇਹਦਾ ਮਤਲਬ ਕੀ ਹੈ, ਆਪਾਂ ਜਿਹੜੀ ਗੁਣਾ ਦੇਖੋ 1.2 ਦੀ ਸਿੱਧਾ ਵੀ ਕਰ ਸਕਦੇ ਹਾਂ, 2.1 ਦੀ 0.5 ਨਾਲ ਵੀ ਕਰ ਸਕਦੇ ਹਾਂ, 1.5 ਦੀ 2.4। ਤਾਂ ਕਹਿਣ ਦਾ ਮਤਲਬ ਇੱਥੇ ਕੋਈ ਕੰਪਲਸਰੀ ਨਹੀਂ ਹੈਗਾ ਕਿ ਦਸ਼ਮਲਵ ਅੰਕ ਸੇਮ ਹੋਣ। ਇੱਥੇ ਦੇਖੋ 1 ਹੈ, ਇੱਥੇ ਦਸ਼ਮਲਵ 2 ਅੰਕ ਹੈ, ਤਾਂ ਕੋਈ ਬਰਾਬਰ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਜੋੜ ਘਟਾ ਦੇ ਵਿੱਚ ਜ਼ਰੂਰਤ ਸੀ ਤਾਂ ਆਪਾਂ ਇੱਕ ਲਾਈਨ ਮਾਰ ਕੇ ਆਪਾਂ ਚੈੱਕ ਕਰਦੇ ਸੀ ਕਿ ਗਲਤੀ ਨਾ ਹੋਵੇ। ਇੱਥੇ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਬਿਨਾਂ ਦਸ਼ਮਲਵ ਤੋਂ ਗੁਣਾ ਕਰਾਂਗੇ। ਸਭ ਤੋਂ ਵਧੀਆ ਤਰੀਕਾ ਦੱਸਦਾ, 12 ਦੀ 45 ਨਾਲ ਕਰਦੇ ਆ ਗੁਣਾ। 2 5 10, 0 ਹਸਲ 1, 4 दूनी 8 ਤੇ 1 9, 0, 5 एकम 5 4, जोड़ 0 9 5 14, 1 4 ਤੇ 1 5। ਤਾਂ ਇਹਨਾਂ ਦੋਹਾਂ ਦੀ ਗੁਣਾ ਕੀਤੀ, ਆਪਣੇ ਕੋਲੇ 540 ਆ ਗਿਆ ਹੈ ਨਾ। ਹੁਣ ਇੱਥੇ ਦੇਖੋ ਆਪਣੇ ਕੋਲੇ 1 ਦਸ਼ਮਲਵ ਅੰਕ ਇੱਥੇ ਹੈ, 2 ਦਸ਼ਮਲਵ ਅੰਕ ਇੱਥੇ ਨੇ, ਦਸ਼ਮਲਵ ਅੰਕਾਂ ਦੀ ਗਿਣਤੀ 1 ਦਸ਼ਮਲਵ ਅੰਕ ਇੱਥੇ ਹੈ, 2 ਦਸ਼ਮਲਵ ਅੰਕ ਇੱਥੇ ਹੈ। ਤਾਂ ਇਹਦਾ ਮਤਲਬ ਇਸ ਪੂਰੇ ਕੁਐਸਚਨ ਦੇ ਵਿੱਚ ਕੁੱਲ ਦਸ਼ਮਲਵ ਅੰਕ ਕਿੰਨੇ ਹੋ ਗਏ ਆਪਣੇ ਕੋਲੇ, 3 ਹੈ ਨਾ। ਕਿੰਨੇ ਹੋ ਗਏ 3। ਤਾਂ ਆਪਾਂ ਕੀ ਕਰਾਂਗੇ, ਪਿੱਛੋਂ ਸੱਜੇ ਪਾਸੇ ਤੋਂ 3 ਅੰਕ ਛੱਡੋ, 1 2 3। ਤਾਂ ਇਹਨਾਂ ਦੋਹਾਂ ਦੀ ਜਿਹੜੀ ਗੁਣਾ ਹੋ ਗਈ ਫਿਰ ਅਸਲ 'ਚ ਕੀ ਆ ਗਈ, 1.2 ਗੁਣਾ 0.45 ਦੀ 0.540। ਆਪਾਂ ਹੋਰ ਗੱਲ ਕਰਦੇ ਹਾਂ। ਆਪਾਂ ਪਹਿਲਾਂ ਕੀ ਕੀਤਾ,
बिना दशमलव तो गुना की 21 ਦੀ 5 ਨਾਲ 21 5 105 है ना। तो जो दशमलव अंक की बारी आई तो इत्थे देखो इत्थे एक दशमलव अंक है, एक इत्थे है, कुल कितने दशमलव अंक ने अपने कोले? दो ने ना। तो आपां की करांगे सज्जे पासे तो 2 अंक छड़ देंगे, 1 2 छड्डिया तो अपने कोल कितना आंसर आ गया? 1.05। मैं इत्थे गल करदा 15 की आप 24 नाल गुना करनी है, चाहे 24 की 15 नाल कर लो, इको गल है। 5 चौका 20 0 हसल 2, 5 दूनी 10 ते 2 12 0, 4 एकम 4 2 एकम 2 0 6 3। तो पहला आपां कीती 15 की 24 नाल। देखो सब तो पहला बिना दशमलव तो गुना करनी है, कितना आ गया गुना करके? 360। तो हुण आपां की गुना करनी है? दशमलव वाले दी। तो इत्थे देखो किन्ने दशमलव अंक ने? 1 आ रहा, 1 आ रहा, किन्ने दशमलव अंक हो गए? 2। तो पिछों किन्ने अंक छड़ दिए? 2 1 2 आ गया। एक गल होर दसदा इत्थे गुना दी। देखो मैं इत्थे गुना की, क्योंकि आप सारे इस अकॉर्डिंग गुना करते हैं, आप इत्थे गुना की है ना। तो इत्थे आप सीधी गुना भी कर सकते हैं, अगर तुसी चाहो तो सीधी गुना भी एक तरीका दसदा, शॉर्ट तरीका। 1 12 1 45 है, 12 का पहाड़ा आंदा है, देखो 12 5 60 0 हसल 6, 12 5 60 0 हसल 6, 12 चौका 48 48 ते 6 54। देखो सीधी गुना हो चुकी। इधर देखते हैं 24 की 15 नाल करनी है। 15 का पहाड़ा सारे नूं आंदा होना, 15 चौके 60 0 हसल 6, 15 चौका 60 0 हसल 6, 15 दूनी 30 30 ते 6 36। तो दोस्तों एक भी बहुत वधिया तरीका है तेजी नाल गुना करन ते, तेजी नाल हल करन ते। आपां हुण होर सवाल की गल करते हैं। तो चलो एक गुना नूं सौखा करन दा मैं तरीका दस्सिया सी तुहानूं कि सौखा तरीका की है गुना करन दा। अगर तुहानूं पहाड़े आंदे ने तो तुसीं गुना नूं बहुत आराम नाल कर सकते हो। अगली उदाहरण 1.23 गुना 2.1। तो सब तो पहला किहदी गुना करांगे आपां? बिना दशमलव तो 123 गुना 21, 123 की 21 नाल गुना की। 3 एकम 3 2 एकम 2 1 एकम 1 0, 3 दूनी 6 2 दूनी 4 2 एकम 2, 3 6 ते 2 8 4 ते 1 5 2। तो आपां गुना की कितना आ गया? 2583। लेकिन आपां चलना हुण दशमलव के हिसाब नाल, है ना। आपां दशमलव के हिसाब नाल चलना है। इत्थे किन्ने अंक आ गए? 2। इत्थे किन्ने अंक आ गए? 1। तो टोटल 3 अंक आ गए, पिछों 3 अंक छड़ दो, 1 2 3। एक तो यह तरीका है। हुण देखो सीधी गुना फिर मैं उस गल ते आ रहा जिहड़ी मैं गल समझाई सी। अगर तुहानूं 21 का पहाड़ा आंदा है, 21 का पहाड़ा आंदा है, 21 तिया 63 3 हसल 6, 21 दूना 42 42 ते 6 48 8 हसल 4, 21 एकम 21 21 ते 4 25। चेक करो बहुत सौखा काम है। अगर पहाड़े आंदे ने तुसी गुना नूं बहुत सौखे तरीके नाल ते जल्दी कर सकते हो। हुण आपां अगे उदाहरण लेके चलते हैं। 0.25 गुना 2.44। हुण आपां इन्हां दी गुना करनी है। तो सब तो पहला आपां किहदी गुना करांगे? 25 दी 244 नाल करिए गुना। 25 दी 244 नाल 5 चौका 20 0 हसल 2, 5 चौका 20 20 ते 2 22 2 हसल 2, 5 दूनी 10 10 ते 2 12 0 अपने कन्नियो, 4 दूनी 8 4 दूनी 8 2 दूनी 4 0, 2 ते 8 10 हसल 1, 3 ते 8 11 हसल 1, 2 ते 4 6। तो गुना करके कितना आ गया? 6100। दोबारा दोस्तों वही गल ते फिर आ रहा मैं। अगर 25 का पहाड़ा आंदा है, 25 चौका 100 0 हसल 10, 25 चौका 100 100 ते 10 110 0 हसल 11,
25 दूनी 50, 50 ਤੇ 11 61। ਤਾਂ ਉਹ ਬਹੁਤ ਸੌਖੇ ਤਰੀਕੇ ਨਾਲ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਨੀ ਆ ਆਪਣੇ ਦਸ਼ਮਲਵ ਅੰਕ ਦੀ। ਇਹ ਤਾਂ ਆਪਾਂ ਬਿਨਾਂ ਦਸ਼ਮਲਵ ਤੋਂ ਕੀਤਾ ਸੀ ਨਾ। ਤਾਂ ਆਪਣੇ ਕੋਲੇ ਕੀ ਆਊਗਾ, ਇੱਥੇ ਕਿੰਨੇ ਅੰਕ ਨੇ 2, ਇੱਥੇ ਕਿੰਨੇ ਅੰਕ ਨੇ 2, ਤਾਂ ਕੁੱਲ ਅੰਕ ਕਿੰਨੇ ਨੇ ਆਪਣੇ ਕੋਲ 4, 1 2 3 4। ਤਾਂ ਇਹ ਹੁੰਦੀ ਆ ਆਪਣੇ ਕੋਲ ਗੁਣਾ ਇਸ ਤਰੀਕੇ ਨਾਲ। ਇਹ ਹੋ ਗਈ ਆਪਣੀ ਦਸ਼ਮਲਵਾਂ ਦੀ ਗੁਣਾ। ਤਾਂ ਇਸ ਤਰੀਕੇ ਨਾਲ ਆਪਾਂ ਕਿੰਨੇ ਹੀ ਕੁਐਸਚਨ ਆਪਾਂ ਹੱਲ ਕਰ ਸਕਦੇ ਹਾਂ। ਹੁਣ ਆ ਗਈ ਦਸ਼ਮਲਵਾਂ ਦੀ ਵੰਡ, ਜੋ ਆਪਾਂ ਅਗਲੇ ਟੌਪਿਕ ਦੀ ਗੱਲ ਕਰਨੀ ਹੈ। ਦਸ਼ਮਲਵਾਂ ਦੀ ਵੰਡ, ਡਿਵੀਜ਼ਨ ਆਫ ਪੋਲੀਨੋਮੀਅਲਸ। ਇਹਦੇ ਵਿੱਚ ਹੁਣ ਕੀ ਸਿਸਟਮ ਚੱਲਣਾ, ਦੇਖੋ ਧਿਆਨ ਨਾਲ। ਉਦਾਹਰਨ 12.5 ਨੂੰ 5 ਨਾਲ ਵੰਡਿਆ। ਮਤਲਬ ਪਹਿਲਾ ਕੇਸ ਮੈਂ ਕੀ ਲੈ ਕੇ ਚੱਲ ਰਿਹਾ, ਜਿਹਦੇ ਨਾਲ ਆਪਾਂ ਵੰਡ ਰਹੇ ਹਾਂ ਭਾਜਕ ਹੈ ਉਹ ਪੂਰਨ ਸੰਖਿਆ। ਪਹਿਲਾ ਕੇਸ ਜੋ ਭਾਜਕ ਹੈ ਉਹ ਪੂਰਨ ਸੰਖਿਆ ਹੈ, ਮਤਲਬ ਬਿਨਾਂ ਦਸ਼ਮਲਵਾਂ ਤੋਂ ਹੈ, ਜਿਹਦੇ ਨਾਲ ਆਪਾਂ ਵੰਡ ਰਹੇ ਹਾਂ। ਆ ਹੋ ਗਿਆ 2.45 ਵੰਡ 7 ਹੋ ਗਿਆ, ਹੈ ਨਾ। 12.25 ਵੰਡ 5 ਹੋ ਗਿਆ। 102.4 ਵੰਡ 16 ਹੋ ਗਿਆ। ਤਾਂ ਮੈਂ ਕੁਝ ਕੁ 4 ਕੁਐਸਚਨਾਂ ਦੀ ਇੱਥੇ ਗੱਲ ਕਰ ਰਿਹਾ। ਇਹਨਾਂ ਚਾਰਾਂ ਦੀ ਖਾਸੀਅਤ ਕੀ ਹੈ, ਜਿਹੜੀ ਸੰਖਿਆ ਨਾਲ ਆਪਾਂ ਵੰਡ ਰਹੇ ਹਾਂ ਉਹ ਕੀ ਹੈ, ਪੂਰਨ ਸੰਖਿਆ। ਤਾਂ ਜਦੋਂ ਵੰਡ ਕਰਨੀ ਹੈ 12.5 ਸਿਸਟਮ ਉਮੀ ਜੋ ਮੈਂ ਜੋੜ ਘਟਾ ਦਾ ਕੀਤਾ ਸੀ, ਤਾਂ ਕਿ ਆਪਾਂ ਨੂੰ ਪਤਾ ਲੱਗ ਜਾਵੇ ਦਸ਼ਮਲਵ ਕਿੱਥੇ ਲੱਗਣਾ। ਦੇਖੋ 5 ਆ ਗਿਆ। ਪਹਿਲਾਂ ਇਹਨੂੰ ਦੇਖੋ, 5 2 ਨਹੀਂ 10, ਦਸ਼ਮਲਵ ਤੋਂ ਪਹਿਲਾਂ ਪੂਰਾ ਦਾ ਪੂਰਾ ਵੰਡਿਆ ਜਾ ਰਿਹਾ ਹੈ 2। ਹੁਣ ਆਪਾਂ ਕੀ ਕੀਤਾ, ਦਸ਼ਮਲਵ ਵਾਲੀ ਸੰਖਿਆ ਥੱਲੇ ਉਤਾਰ ਰਹੀ ਹੈ ਨਾ। ਤਾਂ ਇਹਦਾ ਮਤਲਬ ਇਸ ਸਟੈਪ ਤੋਂ ਬਾਅਦ ਦਸ਼ਮਲਵ ਵਾਲੀ ਸੰਖਿਆ ਸ਼ੁਰੂ ਹੋ ਗਈ, ਤਾਂ ਉੱਪਰ ਕੀ ਆ ਗਿਆ, ਦਸ਼ਮਲਵ ਆ ਗਿਆ। 5 5 25। ਤਾਂ ਇਹਦਾ ਮਤਲਬ ਇਹਨੂੰ ਹੱਲ ਕੀਤਾ ਤਾਂ ਕਿੰਨਾ ਆ ਗਿਆ, 2.5। ਸੇਮ ਇੱਥੇ ਦੇਖਦੇ ਹਾਂ ਆਪਾਂ 2.45 ਦੀ ਵੰਡ ਕਰਨੀ ਹੈ 7 ਦੇ ਨਾਲ। ਦਸ਼ਮਲਵ 7 ਦੇ ਪਹਾੜੇ ਤੇ 2 ਨਹੀਂ ਆਂਦਾ। ਤਾਂ ਫਿਰ ਆਪਾਂ ਕੀ ਲੈ ਕੇ ਚੱਲਾਂਗੇ, ਪਹਿਲੇ 2 ਅੰਕ। ਦਸ਼ਮਲਵ ਵਾਲਾ ਅੰਕ ਆਪਾਂ ਸ਼ੁਰੂ ਕਰ ਲਿਆ ਨਾ। ਤਾਂ ਇਹਦਾ ਮਤਲਬ ਉੱਪਰ ਲੱਗ ਗਿਆ ਦਸ਼ਮਲਵ। 7 ਤੀਆ 21, 4 ਚੋਂ 1 ਘਟਾਏ 3, ਉਹ ਹੋ ਗਿਆ 0। 5 7 5 35। ਤਾਂ ਆਪਣੇ ਕੋਲੇ ਕਿੰਨਾ ਆ ਗਿਆ ਹੱਲ ਕਰਕੇ, 0.35 ਆਪਣੇ ਕੋਲੇ ਆ ਗਿਆ। ਅੱਗੇ ਆਪਾਂ ਗੱਲ ਕਰਦੇ ਹਾਂ ਹੁਣ 12.25। 12.25 ਇੱਥੇ ਮੈਂ ਲਾਈਨ ਮਾਰੀ 5 ਨਾਲ। 5 ਨੂੰ 12 ਆਰਾਮ ਨਾਲ ਵੰਡਿਆ ਜਾ ਸਕਦਾ। ਤਾਂ ਇਹ ਦਸ਼ਮਲਵ ਤੋਂ ਪਹਿਲਾਂ ਆ ਗਿਆ। 5 ਦੂਣੀ 10 2। ਹੁਣ ਆਪਾਂ ਕੀ ਕੀਤਾ ਹੈ, ਦਸ਼ਮਲਵ ਤੋਂ ਬਾਅਦ ਅੰਕ ਨੂੰ ਵਰਤ ਰਿਹਾ। ਇੱਥੇ ਵਰਤ ਰਿਹਾ ਨਾ, ਤਾਂ ਆਟੋਮੈਟਿਕਲੀ ਇੱਥੇ ਕੀ ਆ ਗਿਆ, ਦਸ਼ਮਲਵ। 5 ਚੌਕਾ 20। ਮਤਲਬ ਜਦੋਂ ਦਸ਼ਮਲਵ ਦਾ ਅੰਕ ਉਤਾਰ ਲਿਆ ਜਾਂ ਉਹਨੂੰ ਵਰਤਣਾ ਸ਼ੁਰੂ ਕਰਤਾ ਜਿਹੜੇ ਸਟੈਪ ਤੇ, ਉੱਥੇ ਤੁਹਾਡਾ ਦਸ਼ਮਲਵ ਲੱਗਣਾ ਹੈ 2 5 5 5 25। ਸੇਮ ਇੱਥੇ ਦੇਖ ਰਹੇ ਹਾਂ ਆਪਾਂ 16 ਨੂੰ 102.4 ਤੇ ਵੰਡਿਆ। ਠੀਕ, 16 6 96। ਆਪਾਂ ਕੋਈ ਦਸ਼ਮਲਵ ਨਹੀਂ ਵਰਤਿਆ, ਦਸ਼ਮਲਵ ਤੋਂ ਪਹਿਲਾਂ ਆ ਗਿਆ। ਘਟਾਇਆ 6 4। ਹੁਣ ਇੱਥੇ ਆਪਾਂ ਦਸ਼ਮਲਵ ਦਾ ਅੰਕ ਵਰਤ ਲਿਆ ਨਾ, 16 ਚੌਕੇ 64। ਤਾਂ ਇਹਦਾ ਮਤਲਬ ਦਸ਼ਮਲਵ ਤੋਂ ਬਾਅਦ। ਤਾਂ ਦੋਸਤੋ ਇਹ ਹੈ, ਜਦੋਂ ਆਪਾਂ ਦਸ਼ਮਲਵ ਦਾ ਅੰਕ ਵਰਤਦੇ ਹਾਂ ਨਾਲ ਦੀ ਨਾਲ ਜੋ ਭਾਗਫਲ ਹੈ ਆਪਣੇ ਕੋਲ ਆਪਣਾ ਦਸ਼ਮਲਵ ਦੇ ਵਿੱਚ ਆਣਾ ਸ਼ੁਰੂ ਹੋ ਜਾਂਦਾ ਹੈ। ਤੇ ਹੁਣ ਗੱਲ ਕਰ ਰਿਹਾ ਮੈਂ ਦੂਸਰੇ ਸਟੈਪ ਦੀ, ਜਿੱਥੇ ਦਸ਼ਮਲਵ ਅੰਕ ਆਪਣੇ ਕੋਲੇ ਭਾਜਕ ਦੇ ਵਿੱਚ ਹੈਗੇ ਨੇ। ਤਾਂ ਉੱਥੇ ਸਿੰਪਲ ਸਿਸਟਮ ਕੀ ਹੈ, ਮੈਂ ਇਹੀ ਉਦਾਹਰਨ ਲੈ ਰਿਹਾ 12.25 ਵੰਡ 0.5। ਮੈਂ ਉਹਦੇ ਪੁਆਇੰਟ ਲੈ ਲਿਆ। ਦੇਖੋ ਆਪਾਂ ਉਹਨੂੰ ਵੰਡਿਆ 245 ਆ ਗਿਆ, ਹੈ ਨਾ। ਕੀ ਕੀਤਾ ਆਪਾਂ, ਦੇਖੋ 12.25 ਵਟੇ 0.5। ਇੱਥੇ ਦਸ਼ਮਲਵ ਤੋਂ ਬਾਅਦ 2 ਅੰਕ ਹੈ, ਇੱਥੇ ਦਸ਼ਮਲਵ ਤੋਂ ਬਾਅਦ 1 ਅੰਕ ਹੈ। ਗੁਣਾ ਸੀ ਆਪਾਂ ਜੋੜ ਕੀਤਾ,
ਵੰਡ ਦੇ ਟਾਈਮ ਆਪਾਂ ਘਟਾ ਕਰ ਦਾਂਗੇ 2 ਚੋਂ 1 ਘਟਾਇਆ 1 ਤਾਂ ਪਿੱਛੋਂ 1 ਅੰਕ ਛੱਡ ਦੋ। ਸੁਣੋ ਦੁਬਾਰਾ 102.4 ਵੰਡ 1.6 ਦੋਹਾਂ ਨੂੰ ਵੰਡ ਕੇ ਆਪਣੇ ਕੋਲੇ 64 ਆ ਗਿਆ। 1 ਅੰਕ ਇਹ ਹੈ 1 ਅੰਕ ਇਹ ਹੈ ਦੋਹਾਂ ਦਾ ਆਪਸ ਚ ਮਾਈਨਸ ਹੁੰਦਾ ਹੈ ਤਾਂ 1 ਚੋਂ 1 ਘਟਾਇਆ 0 ਇਹਦਾ ਮਤਲਬ ਇੱਥੇ ਕੋਈ ਦਸ਼ਮਲਵ ਅੰਕ ਨਹੀਂ ਆਉਂਦਾ। ਆਪਾਂ ਹੋਰ ਉਦਾਹਰਨ ਲੈ ਰਹੇ ਹਾਂ ਇੱਕ ਛੋਟੀ ਜਿਹੀ ਉਦਾਹਰਨ ਲੈ ਰਿਹਾ ਮੈਂ ਹੋਰ ਸਮਝਾਉਣ ਦੇ ਲਈ। ਆ ਗਿਆ ਉਲਟਾ ਕੁਐਸਚਨ ਆ ਰਿਹਾ ਦੇਖੋ ਆ ਗਿਆ ਆਪਾਂ ਇਹਨੂੰ ਵੰਡਿਆ ਦੋਸਤੋ ਕਿੰਨਾ ਆ ਗਿਆ 245 ਤਾਂ ਇੱਥੇ ਕੀ ਹੈ ਜੋ ਮੇਨ ਚੀਜ਼ ਇੱਥੇ 2 ਅੰਕ ਹੈ ਇੱਥੇ 3 ਅੰਕ ਹੈ ਨੀਚੇ 1 ਅੰਕ ਵੱਧ ਗਿਆ ਦੇਖੋ ਧਿਆਨ ਨਾਲ ਨੀਚੇ 1 ਵੱਧ ਗਿਆ ਤਾਂ ਇੱਧਰ ਵੀ 1 ਵਧਾ ਦਾਂਗੇ ਤਾਂ ਇਹਦਾ ਆਨਸਰ ਕਿੰਨਾ ਆਊਗਾ 2450 ਤਾਂ ਇਹ ਹੋ ਗਿਆ ਆਪਣੇ ਕੋਲੇ ਦਸ਼ਮਲਵਾਂ ਦਾ ਆਪਰੇਸ਼ਨ।